ਮਿੰਟੂ ਜੀ ਇਹ ਗੱਲ ਦੱਸਿਓ ਵੀ ਗੈਂਗਸਟਰ ਗੋਲਡੀ ਬਰਾੜ ਤੇ ਜੇਲ੍ਹ ਮੰਤਰੀ ਆਮੋ ਸਾਹਮਣੇ ਹੋ ਗਏ ਨੇ, ਇਹਦਾ ਕੀ ਵੇਰਵਾ ਜੀ ਖਬਰ ਦਾ? ਦੇਖੋ ਐ ਨਹੀਂ ਹੋ ਗਏ ਕਿ ਬਿਲਕੁਲ ਇੱਕ ਗਲੀ ਚੋਂ ਜਿਵੇਂ ਨਾ ਵਿੱਚ ਗਲੀ ਦੇ ਹੋ ਗਏ ਟੱਕਰੇ, ਤਾਂ ਏਦਾਂ ਨਹੀਂ ਹੈ ਵੀ ਇੱਕ ਗਲੀ ਚ ਆਮੋ ਸਾਹਮਣੇ ਹੋ ਗਏ ਹੈ। ਹਾਲ ਦੀ ਘੜੀ ਵਰਚੁਅਲ ਦੁਨੀਆ ਦੇ ਵਿੱਚ ਇੱਕ ਦੂਜੇ ਦੇ ਸਾਹਮਣੇ ਆ। ਤਾਂ ਹੋਇਆ ਕਿ ਕਥਿਤ ਤੌਰ ਤੇ ਇੱਕ ਪੋਸਟ ਆਉਂਦੀ ਹੈ, ਉਸ ਪੋਸਟ ਦੇ ਵਿੱਚ ਜ਼ਿਕਰ ਹੁੰਦਾ ਹੈ 3 ਜਣਿਆਂ ਦਾ, ਜਗਰੋਸ਼ਨ, ਸਾਰਜ, ਬੌਬੀ, ਕਿ ਸਾਡੇ ਸਾਥੀ ਆ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਆ। ਬਠਿੰਡਾ ਜੇਲ੍ਹ ਵਿਜੇ ਜੀ ਉਹ ਜੇਲ੍ਹ ਆ ਜਿਹਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਗੈਂਗਸਟਰ ਨੇ, ਖਾਸ ਤੌਰ ਤੇ ਜਿਨ੍ਹਾਂ ਨੂੰ ਕੈਟਾਗਰੀ A ਚ ਰੱਖਿਆ ਜਾਂਦਾ ਹੈ ਜਾਂ ਕੈਟਾਗਰੀ B ਚ, ਉਹ ਉੱਥੇ ਬੰਦ ਕੀਤੇ ਹੋਏ ਨੇ। ਉਹਦੇ ਵਿੱਚ ਜੇ ਤੁਸੀਂ ਦੇਖੋਗੇ ਕਿ ਇਹ 2 ਵੱਡੇ ਗਰੁੱਪ ਜਿਹੜੇ ਇਸ ਵੇਲੇ ਖਹਿ ਰਹੇ ਨੇ ਆਪਸ ਦੇ ਵਿੱਚ, ਇਹ ਇਹਨਾਂ ਦੇ ਉੱਥੇ ਦੋਨਾਂ ਦੇ ਹੀ ਬੰਦੇ ਨੇ, ਪਰ ਦੋਨਾਂ ਨੂੰ ਇਸ ਹਿਸਾਬ ਨਾਲ ਬੰਦ ਕੀਤਾ ਗਿਆ ਕਿ ਕਦੇ ਆਮੋ ਸਾਹਮਣੇ ਨਾ ਆਉਣ। ਇਸ ਤਰੀਕੇ ਨਾਲ ਉਹਨਾਂ ਦੀ ਵਾੜਾਬੰਦੀ ਕੀਤੀ ਗਈ ਹੁੰਦੀ ਹੈ, ਉਹਨੂੰ ਹਾਤਾਬੰਦੀ ਵੀ ਕਹਿ ਦਿੰਦੇ ਆ। ਅਲੱਗ-ਅਲੱਗ ਹਾਤੇ ਹੁੰਦੇ ਆ ਜੇਲ੍ਹ ਦੇ ਵਿੱਚ। ਜੇਲ੍ਹ ਦੇ ਵਿੱਚ ਵੀ ਇੱਕ ਜੇਲ੍ਹ ਹੁੰਦੀ ਹੈ, ਉਹ ਸੈਪਰੇਸ਼ਨ ਹੁੰਦੀ ਹੈ ਬਿਲਕੁਲ। ਸੋ ਕਹਿਣ ਦਾ ਭਾਵ ਇਹੋ ਆ ਕਿ ਉਸ ਜੇਲ੍ਹ ਦੇ ਵਿੱਚ ਸਖਤੀ ਜ਼ਿਆਦਾ ਹੈ। ਹੁਣ ਪਿੱਛੇ ਜੇ ਆਇਆ ਸੀਗਾ ਇਹ ਸੋਨੂੰ ਕਿ ਸੁਖਪ੍ਰੀਤ ਬੁੱਢਾ ਜਿਹੜਾ ਉੱਥੇ ਬੰਬੀਆ ਗਰੁੱਪ ਦਾ, ਉਹਨੇ ਧਮਕੀ ਦਿੱਤੀ, ਫਿਰ ਉਹਨੂੰ ਇਹ ਬਾਹਰ ਲੈ ਆਏ ਮੇਰੇ ਖਿਆਲ ਦੇ ਨਾਲ ਰਿਮਾਂਡ ਤੇ ਲੈ ਆਏ ਸੀਗੇ। ਤਾਂ ਉਹਦੇ ਵਿੱਚ ਹੁਣ ਕੀ ਨਿਕਲਿਆ ਕੀ ਨਹੀਂ, ਕਿਉਂਕਿ ਕੁਛ ਲੋਕ ਤੇ ਇਹ ਵੀ ਕਹਿੰਦੇ ਆ ਕਿ ਕੁਛ ਚੀਜ਼ਾਂ ਹੋਰ ਵੀ ਇਹਨਾਂ ਨੇ ਪੁੱਛਣੀਆਂ ਨੇ, ਪੁਲਿਸ ਵਾਲਿਆਂ ਨੇ ਇੱਕ ਬਹਾਨਾ ਜਿਹਾ ਬਣਾ ਲਿਆ। ਪਰ ਹੁਣ ਇਧਰੋਂ ਦੂਸਰਾ ਗਰੁੱਪ ਹੈ ਜਿਹੜਾ, ਉਹ ਕਹਿ ਰਿਹਾ ਕਿ ਤੁਸੀਂ ਸਾਡੇ ਬੰਦਿਆਂ ਤੇ ਸਖਤੀ ਨਾ ਕਰੋ, ਉਹਨਾਂ ਨੂੰ ਤੰਗ ਨਾ ਕਰੋ, ਕੁੱਟਦੇ ਮਾਰਦੇ ਨੇ, ਕੁਛ ਅਫਸਰ ਪੈਸੇ ਮੰਗਦੇ ਨੇ ਕਿ ਜੇ ਇਸ ਤਰ੍ਹਾਂ ਕਰੋਗੇ ਤਾਂ ਅਸੀਂ ਇਹੋ ਜਿਹੀ ਵਾਰਦਾਤ ਕਰਾਂਗੇ ਜਿਹੋ ਜਿਹੀ ਅੱਗੇ ਸਿੱਧੂ ਮੂਸੇਵਾਲੇ ਵਾਰੀ ਅਸੀਂ ਕੀਤੀ ਸੀਗੀ। ਤਾਂ ਸਿੱਧੀ ਧਮਕੀ ਆ। ਧਮਕੀ ਕੀ ਹੈ ਕਿ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਬਲੈਕਮੇਲਿੰਗ ਦਾ ਯਤਨ ਹੈ, ਕਿ ਸਰਕਾਰ ਨੂੰ ਬਲੈਕਮੇਲ ਕੀਤਾ ਜਾ ਰਿਹਾ ਕਿ ਜਾਂ ਤਾਂ ਸਾਡੇ ਬੰਦਿਆਂ ਨੂੰ ਉੱਥੇ ਸਾਰੀਆਂ ਸਹੂਲਤਾਂ ਦੇ ਦਿਓ, ਨਹੀਂ ਤਾਂ ਅਸੀਂ ਇੱਥੇ ਕੋਈ ਨਾ ਕੋਈ ਹੋਰ ਟਾਈਮ ਚੱਕ ਦਿਆਂਗੇ, ਫਿਰ ਕੀ ਕਰ ਲਓਗੇ ਜੀ। ਤਾਂ ਇਹਦੇ ਹੁਣ ਬਦਲੇ ਇਹ ਤਾਂ ਫਿਰ ਉਸੇ ਤਰ੍ਹਾਂ ਦੀ ਡੀਲ ਹੈ ਨਾ ਜਿਵੇਂ ਕੰਧਾਰ ਅਗਵਾ ਕਾਂਡ ਵਾਲਾ ਹੋ ਗਿਆ ਸੀਗਾ ਕਿ ਸਾਡੇ ਬੰਦੇ ਛੱਡ ਦਿਓ। ਉਸ ਡੀਲ ਤੇ ਅੱਜ ਵੀ ਕਿੰਤੂ ਪਰੰਤੂ ਹੈ। ਏਦਾਂ ਦੀ ਡੀਲ ਸਰਕਾਰ ਕਿਵੇਂ ਕਰ ਸਕਦੀ ਹੈ ਜੀ? ਤਾਂ ਇਹਨਾਂ ਨੇ ਕਿਹਾ ਕਿ ਨਹੀਂ ਜੀ ਏਦਾਂ ਨਹੀਂ ਹੈ। ਤਾਂ ਜੇਲ੍ਹ ਮੰਤਰੀ ਵੀ ਤੁਹਾਨੂੰ ਪਤਾ ਹੀ ਹੈ, ਸੁੱਖ ਨਾਲ ਨੌਜਵਾਨ ਨੇ ਮੁੱਛ ਮੱਛ ਮਰੋੜ ਕੇ ਰੱਖਦੇ ਆ, ਤੇ ਉਹਨਾਂ ਨੇ ਪੈਂਦੀ ਸੱਟੇ ਕਹਿ ਦਿੱਤਾ, ਉਹ ਮਰ ਗਈ ਮਾਂ ਜਿਹੜੀ ਦਹੀਂ ਨਾਲ ਟੁੱਕ ਦਿੰਦੀ ਸੀਗੀ। ਕਹਿਣ ਦਾ ਭਾਵ ਕਹਿੰਦੇ ਕਿ ਦੇਖੋ ਜਿਹੜੇ ਅੱਗੇ ਪੀਜ਼ੇ ਪੂਜ਼ੇ ਤੁਸੀਂ ਖਾਂਦੇ ਸੀ ਨਾ ਅੰਦਰਾਂ ਚ, ਹੁਣ ਉਹ ਨੀ ਕੰਮ ਚੱਲਣਾ। ਤੁਸੀਂ ਮੈਨੂੰ ਧਮਕੀ ਦੇਣੇ, ਮੇਰੀ ਤਾਂ ਗੱਲ ਹੀ ਛੱਡ ਦਿਓ, ਮੇਰਾ ਇੱਕ ਸਿਪਾਹੀ ਵੀ ਨਹੀਂ ਤੁਹਾਡੇ ਤੋਂ ਡਰਦਾ ਜੀ। ਤਾਂ ਇਹ ਸਿੱਧੇ ਤੌਰ ਤੇ ਉਸ ਲਲਕਾਰ ਦਾ ਕਹਿ ਲਓ ਪ੍ਰਤੀਕਾਰ ਹੈ, ਉਸ ਲਲਕਾਰ ਨੂੰ ਵੰਗਾਰ ਹੈ, ਜਿਹੜੀ ਕਿ ਹੁਣ ਕਥਿਤ ਤੌਰ ਤੇ ਆਪਾਂ ਕਹਿ ਰਹੇ ਹਾਂ ਕਿ ਕਿਸੇ ਨੇ ਪੋਸਟ ਪਾਈ ਹੈ, ਤੇ ਇਹਦਾ ਮਤਲਬ ਹੈ ਕਿ ਪੋਸਟ ਫੇਕ ਹੁੰਦੀ ਤਾਂ ਫਿਰ ਤਾਂ ਏਡਾ ਰਿਐਕਸ਼ਨ ਦੇਣ ਦੀ ਜ਼ਰੂਰਤ ਹੀ ਨਹੀਂ ਸੀ। ਇਹ ਮੰਨ ਕੇ ਚੱਲ ਰਹੇ ਆ ਕਿ ਪੋਸਟ ਓਰੀਜਨਲ ਹੋਏਗੀ, ਪੋਸਟ ਜਿਹੜੀ ਹੈ ਜੈਨੂਇਨ ਹੋਏਗੀ, ਪੋਸਟ ਪਾਉਣ ਵਾਲਾ ਉਹੀ ਬੰਦਾ ਹੋਏਗਾ ਜੀ। ਆਹੀ ਖੇਡ ਹੈ ਨਾ। ਨਹੀਂ ਤਾਂ ਜੇਲ੍ਹ ਮੰਤਰੀ ਦੇਖੋ ਸਰਕਾਰ ਹੈ, ਜੇਲ੍ਹ ਮੰਤਰੀ ਕੋਈ ਵੀ ਮੰਤਰੀ ਬੋਲਦਾ, ਜੇਲ੍ਹ ਮੰਤਰੀ ਹੈ ਚਾਹੇ ਰੇਲ ਮੰਤਰੀ ਹੈ ਚਾਹੇ ਖੇਲ ਮੰਤਰੀ ਹੈ, ਉੱਥੇ ਉਹ ਬੋਲ ਰਿਹਾ ਤਾਂ ਸਮਝੋ ਸਰਕਾਰ ਬੋਲ ਰਹੀ ਹੈ ਜੀ। ਉੱਥੇ ਇਹ ਨਹੀਂ ਹੁੰਦਾ ਕਿ ਮੈਂ ਜੀ ਆਪਣੇ ਨਿੱਜੀ ਵਿਚਾਰ ਪੇਸ਼ ਕਰ ਰਿਹਾ, ਇਹ ਨਹੀਂ, ਉਹ ਸਰਕਾਰ ਜਵਾਬ ਦੇ ਰਹੀ ਹੈ। ਤਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਗਰੋਹਬਾਜ਼ਾਂ ਦਾ ਤੇ ਇਸ ਵੇਲੇ ਸਰਕਾਰ ਦਾ ਇੱਕ ਟਾਕਰਾ ਹੁੰਦਾ ਨਜ਼ਰ ਆ ਰਿਹਾ। ਟਾਕਰਾ ਤੋਂ ਭਾਵ ਕੀ ਹੈ ਕਿ ਇਸ ਵੇਲੇ ਸ਼ਬਦੀ ਜੰਗ ਆ। ਹਾਲਾਂਕਿ ਦੇਖੋ ਮੈਂ ਇੱਕ ਗੱਲ ਕਹੂੰਗਾ ਕਿ ਬੈਂਸ ਸਾਹਿਬ ਨੂੰ ਕਿ ਸੋਚ ਵਿਚਾਰ ਲਿਓ। ਪਿਛਲੀ ਵਾਰੀ ਕੀ ਹੋਇਆ ਸੀ ਮੁਹਾਲੀ ਦੇ ਵਿੱਚ, ਕਹਿੰਦੇ ਜੀ ਇੰਟੈਲੀਜੈਂਸੀ ਹੈਡਕੁਆਟਰ ਹੈ ਜਿਹੜਾ ਸਾਡਾ, ਉਹਦੇ ਤੇ ਹਮਲਾ ਹੋ ਗਿਆ ਜੀ। ਅੱਛਾ, ਜਿਸ ਟਾਈਮ ਉਹ ਹੋਇਆ ਸੀਗਾ ਉਹਨਾਂ ਨੇ ਸੁੱਟਿਆ, ਉਸ ਟਾਈਮ ਇਹਨਾਂ ਦਾ ਉੱਥੇ 1-2 ਬੰਦੇ ਸੀਗੇ ਮੌਜੂਦ, ਤੇ ਉਹ ਇਹਨਾਂ ਦਾ ਇੱਕ ਬੰਦਾ ਪੀਜ਼ਾ ਖਾ ਰਿਹਾ ਸੀ ਉਸ ਟਾਈਮ। ਇਹ ਆ ਕਿ ਬਈ ਜੇ ਤੁਹਾਡੀ ਇੰਟੈਲੀਜੈਂਸੀ ਇਹੋ ਜਿਹੀ ਹੈ ਕਿ ਉਹਦੇ ਤੇ ਆਪਣੇ ਤੇ ਅਟੈਕ ਹੋ ਜਾਂਦਾ, ਉਹਨੂੰ ਕੋਈ ਸਮਾਚਾਰ ਨਹੀਂ, ਕੋਈ ਖਬਰ ਨਹੀਂ, ਕੋਈ ਸੂਹ ਨਹੀਂ ਹੈ, ਤੇ ਫਿਰ ਭਾਈ ਉਹ ਜਿਵੇਂ ਨਾ ਪੰਜਾਬੀ ਚ ਇੱਕ ਕਹਾਵਤ ਹੈ ਕਿ ਪਾਟੀਆਂ ਕੰਧਾਂ ਤੇ ਛੱਤ ਨਹੀਂ ਟਿਕਦੀ। ਤਾਂ ਫਿਰ ਇਹ ਚੀਜ਼ਾਂ ਨਾ ਕਰੋ, ਐਵੇਂ ਕਿਸੇ ਹੋਰ ਦਾ ਨਾ ਉੱਥੇ ਘੋਗਾ ਚਿੱਤ ਕਰਵਾ ਦਿਓ। ਤੇ ਜੇ ਸਾਰਾ ਕੁਝ ਪ੍ਰਬੰਧ ਤੁਸੀਂ ਕੀਤਾ ਹੈ, ਫਿਰ ਜਿਵੇਂ ਮਰਜ਼ੀ ਕਰ ਲਓ, ਫਿਰ ਸਿੱਧੇ ਤੁਰੇ ਉਹਨੇ ਤਾਂ ਤੁਰੇ ਆਓ। ਸੋ ਇਸ ਕਰਕੇ ਇਹ ਆ ਕਿ ਬਾਈ ਢਿੱਲ ਨਾ ਰੱਖਿਓ, ਕਿਤੇ ਨੁਕਸਾਨ ਕੋਈ ਹੋਰ ਹੋ ਜਾਵੇ। ਪਰ ਇਹ ਗੱਲ ਵੱਧਦੀ ਨਜ਼ਰ ਆ ਰਹੀ ਹੈ ਕਿਉਂਕਿ ਸਖਤੀ ਤੇ ਹੈ। ਮੈਂ ਤੁਹਾਨੂੰ ਅੱਗੇ ਵੀ ਸ਼ਾਇਦ ਦੱਸਿਆ ਸੀਗਾ ਕਿ ਜੇਲ੍ਹਾਂ ਦੇ ਵਿੱਚ ਆਮ ਤੌਰ ਤੇ ਜਿਹੜੀ ਨਰਮਾਈ ਅੱਗੇ ਵੇਖਣ ਨੂੰ ਮਿਲਦੀ ਸੀ ਉਹ ਹੈ ਨਹੀਂ ਗੀ। ਇਸ ਟਾਈਮ ਸਖਤੀ ਤੇ ਹੈ ਕਿਉਂਕਿ ਉਹਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ ਜਿਹੜੇ ਆਏ ਨੇ, ਉਹ ਕਾਫੀ ਤੁਹਾਨੂੰ ਪਤਾ ਹੀ ਆ ਕਿ ਸਖਤ ਕਿਸਮ ਦੇ ਅਫਸਰ ਨੇ ਜੀ।
ਮਿੰਟੂ ਜੀ, ਪਿਛਲੇ ਹਫ਼ਤੇ ਗੱਲ ਬੜੀ ਉਦੋਂ ਚੱਲ ਪਈ ਸੀ, ਤੁਸੀਂ ਵੀ ਇਸ ਬਾਰੇ ਜ਼ਿਕਰ ਕੀਤਾ ਸੀ ਕਿ ਸਲੀਮ ਮਰਚੈਂਟ ਜਿਹੜੇ ਮਿਊਜ਼ਿਕ ਡਾਇਰੈਕਟਰ ਨੇ, ਉਹਨਾਂ ਨੇ ਗੱਲ ਆਖਤੀ ਸੀ ਕਿ ਸਿੱਧੂ ਮੂਸੇਵਾਲੇ ਦਾ ਗੀਤ ਰਿਲੀਜ਼ ਕਰਨਗੇ, ਅਤੇ ਤੁਸੀਂ ਦੱਸਿਆ ਸੀ ਕਿ ਪਰਿਵਾਰ ਵੱਲੋਂ ਇਸ ਨੂੰ ਲੈ ਕੇ ਕਾਫੀ ਇਤਰਾਜ਼ ਜਤਾਇਆ ਗਿਆ। ਹੁਣ ਸਲੀਮ ਵੱਲੋਂ ਸਿੱਧੂ ਮੂਸੇਵਾਲੇ ਦੇ ਉਸ ਗੀਤ ਦੀ ਰਿਲੀਜ਼ਿੰਗ ਨੂੰ ਲੈ ਕੇ ਕੀ ਗੱਲ ਆਖੀ ਗਈ ਹੈ ਜੀ? ਉਹਨੂੰ ਟਾਲ ਦਿੱਤਾ ਗਿਆ? ਹਾਂਜੀ, ਟਾਲ ਦਿੱਤਾ ਗਿਆ। ਬਹਰਹਾਲ ਠੀਕ ਹੈ, ਉਹਨੇ ਫੈਸਲਾ ਜਿਹੜਾ ਕੀਤਾ ਉਹ ਵਿੱਚ ਸਨ ਉਹ ਜਿਹੜਾ ਚਰਨਜੀਤ ਅਹੂਜਾ ਦਾ ਲੜਕਾ ਸਚਿਨ ਅਹੂਜਾ, ਉਹਨੂੰ ਐਵੇਂ ਹੀ ਗਾਲਾਂ ਪੈ ਗਈਆਂ, ਕਹਿੰਦੇ ਯਾਰ ਮੈਨੂੰ ਕਾਹਤੋਂ ਗਾਲਾਂ ਕੱਢਣ ਡਿਆ ਜੀ, ਮੇਰਾ ਕੀ ਕਸੂਰ ਹੈ, ਮੇਰਾ ਤੇ ਸਟੂਡੀਓ ਜਿਹਦੇ ਚ ਰਿਕਾਰਡ ਹੋਇਆ, ਰੱਬ ਕਰਕੇ ਮੈਨੂੰ ਤੇ ਗਾਲਾਂ ਨਾ ਕੱਢੋ ਯਾਰ। ਉਹਨੂੰ ਐਵੇਂ ਹੀ ਲੋਕਾਂ ਨੇ ਗਾਲਾਂ ਕੱਢ ਦਿੱਤੀਆਂ। ਵੈਸੇ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ, ਜੋ ਹਮਦਰਦੀ ਹੈ ਕਿਸੇ ਨਾਲ ਰੱਖਣੀ ਵੀ ਚਾਹੀਦੀ ਹੈ, ਪਰ ਜੋ ਸਾਡਾ ਲਹਿਜ਼ਾ ਲਿਆਕਤ, ਇਹ ਸਾਰਾ ਕੁਛ ਐਸਾ ਹੀ ਹੋਣਾ ਚਾਹੀਦਾ। ਅਸੀਂ ਕਿਸੇ ਦਾ ਕੋਈ ਆਲੋਚਨਾਤਮਕ ਪੱਖ ਤੋਂ ਕੁਛ ਐਸਾ ਵੈਸਾ ਕਰਨਾ ਵੀ ਹੈ ਤਾਂ ਸਾਨੂੰ ਸੋਚ ਕੇ ਕਰਨਾ ਚਾਹੀਦਾ। ਖੈਰ ਚਲੋ, ਮਰਜ਼ੀ ਹੈ ਜੀ ਸਭ ਦੀ। ਇਹ ਸਲੀਮ ਨੇ ਹੁਣ ਫਿਰ ਇਰਾਦਾ ਬਦਲ ਦਿੱਤਾ, ਕਹਿੰਦੇ 2 ਸਤੰਬਰ ਨੂੰ ਜਿਹੜੀ ਰਿਲੀਜ਼ਿੰਗ ਹੋਣੀ ਸੀਗੀ, ਤਾਂ ਇਹਨੇ ਕਹਿ ਦਿੱਤਾ ਹੈ ਕਿ ਦੇਖੋ ਮੈਂ ਚਾਹੁੰਦਾ ਵਾਂ ਕਿ ਸਿੱਧੂ ਦੇ ਮਾਤਾ ਪਿਤਾ ਦੇ ਨਾਲ ਮਿਲ ਕੇ ਗੱਲ ਕਰਕੇ ਉਸ ਤੋਂ ਬਾਅਦ ਇਹ ਗਾਣਾ ਰਿਲੀਜ਼ ਕੀਤਾ ਜਾਵੇ। ਤਾਂ ਉਹਨਾਂ ਤੋਂ ਬਗੈਰ, ਭਾਵ ਕਿ ਜੇ ਉਹਨਾਂ ਦੇ ਆਸ਼ੀਰਵਾਦ ਤੋਂ ਬਿਨਾਂ ਇਹ ਗਾਣਾ ਰਿਲੀਜ਼ ਕਰਦੇ ਆ ਤੇ ਕਹਾਣੀ ਅਧੂਰੀ ਹੋਏਗੀ। ਸਮਝਦਾਰ ਆਦਮੀ ਹੈ ਵੈਸੇ, ਬੰਦਾ ਹੈ, ਮੈਨੂੰ ਥੋੜਾ ਜਿਹਾ ਜ਼ਿਆਦਾ ਹੀ ਸਮਝਦਾਰ ਲੱਗਦਾ ਆ। ਕਦੀ ਅੱਗ ਕਦੇ ਪਾਣੀ, ਕਦੇ ਕਹਿੰਦਾ ਰਿਲੀਜ਼ ਕਰਨਾ ਹੀ ਕਰਨਾ, ਕਦੇ ਫੇਰ ਟਾਲ ਦਿੰਦਾ, ਕਦੇ ਕਹਿੰਦਾ ਰਿਲੀਜ਼ ਕਰਨਾ ਹੀ ਕਰਨਾ। ਬਈ ਤੂੰ ਭਲਿਆ ਮਾਨਸਾ ਪੰਜਾਬ ਆ ਕੇ ਜੇ ਗਾਣਾ ਰਿਕਾਰਡ ਕਰ ਸਕਦਾ ਚੰਡੀਗੜ੍ਹ ਦੇ ਵਿੱਚ, ਤੇ ਉਹਨਾਂ ਨਾਲ ਗੱਲ ਕਰ ਲਾ ਆ ਕੇ, ਕਿੱਡੀ ਕੋ ਗੱਲ ਹੈ। ਮੇਰੇ ਖਿਆਲ ਦੇ ਨਾਲ ਬੰਟੀ ਬੈਂਸ ਇਸ ਮਾਮਲੇ ਦੇ ਵਿੱਚ ਜਿਹੜਾ ਇਹਦਾ ਆਫੀਸ਼ੀਅਲ ਮੈਨੇਜਰ ਸੀ ਸਿੱਧੂ ਦਾ, ਉਹਦੇ ਕੋਲ ਲੀਗਲ ਟੀਮ ਅੱਛੀ ਹੈ, ਇਹਨਾਂ ਕੋਲ ਅੱਛੀ ਲੀਗਲ ਟੀਮ ਹੈ। ਤਾਂ ਲੀਗਲ ਫਾਈਟ ਦੇ ਵਿੱਚ ਜਾਣ ਲੱਗੇ ਸੀ ਮੇਰੇ ਖਿਆਲ ਦੇ ਨਾਲ, ਤਾਂ ਉਸੇ ਕਰਕੇ ਉਹਨੂੰ ਲੱਗਿਆ ਸਲੀਮ ਨੂੰ ਕਿ ਜੇ ਲੀਗਲ ਫਾਈਟ ਦੇ ਵਿੱਚ ਪਾਵਾਂਗਾ ਤੇ ਫਿਰ ਕੰਮ ਕਸੂਤਾ ਹੋ ਜਾਣਾ, ਕਸੂਤਾ ਹੋ ਜਾਏਗਾ। ਤਾਂ ਇਸ ਕਰਕੇ ਲੱਗਦਾ ਇਹੋ ਆ ਕਿ ਉਹਨੇ ਟਾਲਾ ਕਰ ਦਿੱਤਾ, ਤੇ ਟਾਲਾ ਰਹੇ ਤਾਂ ਚੰਗਾ ਹੀ ਆ। ਇਹਨਾਂ ਨੂੰ ਭਰੋਸੇ 'ਚ ਲਵੇ, ਜੋ ਇਹਨਾਂ ਦਾ ਹੱਕ ਬਣਦਾ ਹੈ ਉਹ ਇਹਨਾਂ ਨੂੰ ਦਵੇ, ਜੋ ਉਹਦਾ ਹੱਕ ਬਣਦਾ ਉਹ ਲਵੇ, ਜੋ ਕੋਈ ਐਗਰੀਮੈਂਟ ਕੋਈ ਕਰਾਰ ਰਹਿੰਦੇ ਆ ਉਹ ਕਰ ਲੈਣੇ ਚਾਹੀਦੇ। ਗਾਣਾ ਜ਼ਰੂਰ ਆਵੇ, ਗਾਣਾ ਲੋਕ ਸੁਣਨ ਵਾਸਤੇ ਉਤਾਵਲੇ ਹੋਣਗੇ ਤੇ ਗਾਣਾ ਵੀ ਅੱਛਾ ਬਣਿਆ ਹੋਏਗਾ। ਏਡਾ ਤਗੜਾ ਮਿਊਜ਼ੀਸ਼ੀਅਨ ਵਿੱਚ ਪਿਆ ਹੋਇਆ ਹੈ, ਏਡੇ ਤਗੜੇ ਆਰਟਿਸਟਾਂ ਨੇ ਉਸ ਗਾਣੇ 'ਚ ਕੰਮ ਕੀਤਾ, ਤਾਂ ਸਾਰਾ ਜੀ ਗੱਲ ਹੈ ਕਿ ਗਾਣਾ ਅੱਛਾ ਬਣਿਆ ਹੋਏਗਾ, ਲੋਕ ਵੀ ਸੁਣਨਗੇ ਉਹਨੂੰ। ਪਰ ਸਾਰਿਆਂ ਦੀ ਸਹਿਮਤੀ ਦੇ ਨਾਲ ਰਿਲੀਜ਼ ਕਰੋ ਤਾਂ ਕਿ ਕੰਟਰੋਵਰਸੀ ਨਾ ਹੋਵੇ, ਕਿਉਂਕਿ ਅੱਗੇ ਵੀ ਆਪਾਂ ਦੇਖਿਆ SYL ਗਾਣਾ ਜਿਹੜਾ ਸੀਗਾ ਉਹ YouTube ਤੋਂ ਰਿਮੂਵ ਹੋ ਗਿਆ ਸੀਗਾ। ਜੀ ਮਿੰਟੂ ਜੀ, ਇੱਧਰ ਗੱਲ ਕਰੀਏ ਹੁਣ ਆਸ਼ੂ ਵਾਲੇ ਕੇਸ ਦੀ। ਇਹ ਕੇਸ ਤਾਂ ਹੁਣ ਅਜਿਹਾ ਬਣਦਾ ਜਾ ਰਿਹਾ ਵੀ ਕਾਂਗਰਸੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਦਰਾਰ ਪੈਣੀ ਸ਼ੁਰੂ ਹੋ ਗਈ, ਦਫੇੜ ਹੋਈ ਪਈ ਕਾਂਗਰਸ। ਆਲਰੇਡੀ ਜਿਵੇਂ ਸਮੱਸਿਆਵਾਂ ਘੱਟ ਸੀਗੀਆਂ, ਇਹ ਆਸ਼ੂ ਵਾਲਾ ਕੇਸ ਵੀ ਹੁਣ ਇੱਕ ਬਹੁਤ ਵੱਡੀ ਸਿਰਦਰਦੀ ਬਣਦਾ ਜਾ ਰਿਹਾ। ਕੀ ਵੇਰਵਾ ਜੀ? ਦੇਖੋ ਆਸ਼ੂ ਕੀ ਕਰੇ, ਆਸ਼ੂ ਕਹਿੰਦਾ ਮੈਂ ਤੇ ਅੰਦਰ ਬੈਠਾ, ਦੱਸੋ ਮੇਰੇ ਤੇ ਹਾਲੇ ਵੀ ਤੁਸੀਂ ਸੁੱਟੀ ਜਾਂਦੇ ਹੋ ਵੀ ਮੈਂ ਹੀ ਜ਼ਿੰਮੇਵਾਰ ਹਾਂ, ਮੈਂ ਥੋੜੀ ਜ਼ਿੰਮੇਵਾਰ। ਉਹ ਤਾਂ ਕਹਿੰਦਾ ਮੱਛਰ ਨੇ ਖਾ ਲਈ ਵੇ ਮੱਛਰਦਾਨੀ ਲੈ ਦੇ, ਮੱਛਰ ਨੇ ਖਾ ਲਈ ਤੋੜ ਕੇ ਮੱਛਰਦਾਨੀ ਲੈ ਦੇ। ਉੱਥੇ ਤਾਂ ਕੀ ਹੈ ਕਿ ਉਹਨੂੰ ਨੀਂਦ ਨਹੀਂ ਆਉਂਦੀ, ਮੱਛਰ ਖੇਡਦੇ ਨੇ ਕਬੱਡੀਆਂ, ਤੇ ਕੱਲ ਉਹਨਾਂ ਨੇ ਉਹ ਧੂਤਾ ਜਿਹਾ ਮੰਗਾ ਕੇ ਉਹ ਧੂਆਂ ਕੀਤਾ ਵਿਜੀਲੈਂਸ ਦਫ਼ਤਰ ਦੇ ਵਿੱਚ ਕਿ ਭਾਈ ਇਹਨੂੰ ਕੁਝ ਪਲ ਨੀਂਦ ਆ ਜਾਵੇ। ਉਹ ਤਾਂ ਆਸ਼ੂ ਤੇ ਕਹੀ ਮੁਝੇ ਨੀਂਦ ਨਾ ਆਏ, ਮੁਝੇ ਚੈਨ ਨਾ ਆਏ। ਤੇ ਭਲਿਆ ਮਾਨਸਾ ਚੈਨ ਆਏਗਾ ਵੀ ਕਿੱਦਾਂ, ਚੈਨ ਆਉਣਾ ਵੀ ਕਿੱਦਾਂ? ਹੁਣ ਜੇ ਵਿਜੀਲੈਂਸ ਦੇ ਦਫ਼ਤਰ 'ਚ ਕਿਸੇ ਨੂੰ ਚੈਨ ਆ ਜਾਵੇ ਤਾਂ ਫਿਰ ਤਾਂ ਬਹੁਤ ਸੌਖਾ ਕੰਮ ਹੈ, ਸਾਰੇ ਏਦਾਂ ਦੇ ਸਫ਼ਰ 'ਚੋਂ ਲੰਘ ਜਾਣ। ਤਾਂ ਖੈਰ ਦੇਖੋ, ਜਿਹੜਾ ਇਹ ਮਸਲਾ ਹੈ ਆਸ਼ੂ ਦੇ ਮਾਮਲੇ 'ਚ ਦਫੇੜ ਵਾਲਾ, ਇਹ ਹੋਇਆ ਸੀ ਸ਼ੁਰੂ ਸੁਖਪਾਲ ਸਿੰਘ ਖਹਿਰਾ ਤੋਂ। ਸੁਖਪਾਲ ਸਿੰਘ ਖਹਿਰਾ ਤੁਹਾਨੂੰ ਪਤਾ ਹੀ ਹੈ, ਕਿਸੇ ਵੀ ਪਾਰਟੀ 'ਚ ਚਲੇ ਜਾਣ ਫਿਰ ਉਹਨਾਂ ਨੇ ਥੋੜਾ ਜਿਹਾ ਖੜਕਾ ਦੜਕਾ ਤੇ ਕਰਨਾ ਹੀ ਹੁੰਦਾ ਨਾ, ਖੜਕਾ ਦੜਕਾ ਕਰਦੇ ਰਹਿਣਾ ਕੰਮ ਪੰਜਾਬੀਆਂ ਦਾ। ਜਿੱਦਾਂ ਗੀਤ ਸੀ ਨਾ, ਉਹ ਖਹਿਰਾ ਸਾਹਿਬ ਦਾ ਕੰਮ ਤੇ ਹੈਗਾ ਉਹਨਾਂ ਨੇ ਖੜਕਾ ਦੜਕਾ ਕਰੀ ਰੱਖਣਾ ਕਿਸੇ ਨਾ ਕਿਸੇ ਪਾਸੇ। ਤਾਂ ਉਹਨਾਂ ਨੇ ਇੱਕ ਸੁਝਾਅ ਦਿੱਤਾ ਸੀਗਾ ਕਿ ਜਿਹੜੀ ਸਾਡੀ ਪਾਰਟੀ ਦੀ ਊਰਜਾ ਹੈ, ਕੈਡਰ ਦੀ ਊਰਜਾ ਹੈ, ਉਹਨੂੰ ਇੱਕ ਵਿਅਕਤੀ ਵਿਸ਼ੇਸ਼ ਤੇ ਅਜਾਈ ਨਹੀਂ ਗਵਾਉਣਾ ਚਾਹੀਦਾ। ਜੇ ਕੋਈ ਬੰਦਾ ਦੋਸ਼ੀ ਨਹੀਂ ਹੈ ਤੇ ਬਾਹਰ ਆ ਜਾਏਗਾ, ਨਾਲ ਉਹ ਆਪਣੀ ਮਿਸਾਲ ਦੇ ਦਿੰਦੇ, ਦੇਖ ਲਓ ਤੁਹਾਡਾ ਭਰਾ ਈਡੀ ਨੇ ਫੜ ਲਿਆ ਸੀਗਾ ਨਾ, ਆਹ ਦੇਖ ਲਓ ਆਪਾਂ ਜਿੱਤ ਕੇ ਚੋਣ ਆਓ ਬੈਠੇ ਸਾਡੇ ਅੱਗੋਂ ਆਓ। ਤਾਂ ਇਹਦੇ ਤੇ ਰਾਜਾ ਵੜਿੰਗ ਵੀ ਤੁਹਾਨੂੰ ਪਤਾ ਹੀ ਹੈ ਜੀ, ਸ਼ੈਲੀ ਦੋਨਾਂ ਦੀ ਇੱਕੋ ਜਿਹੀ ਹੈ। ਰਾਜਾ ਵੜਿੰਗ ਕਹਿੰਦਾ ਉਹਨੇ ਸਤਿੰਦਰ ਸਰਤਾਜ ਵਾਲਾ ਸ਼ੇਰ ਮਾਰ ਦਿੱਤਾ, ਗੀਤ ਮਾਰ ਦਿੱਤਾ ਕਿ ਦੇਖੋ ਜੀ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ, ਇੱਜ਼ਤ ਐਵੇਂ ਘਟ ਜਾਂਦੀ ਹੈ। ਉਹ ਤਾਂ ਸਲਾਹ ਕਿਹਨੇ ਲਈ ਹੈ ਭਾਈ? ਬਿਨਾਂ ਮੰਗਿਆ ਤੋਂ ਸਲਾਹ ਦਿਓਗੇ ਤੇ ਇੱਜ਼ਤ ਘਟੇਗੀ। ਆਹ ਬੜੇ ਵੱਡੇ ਸ਼ਬਦ ਸੀਗੇ।
ਨਾਲ ਸੁਨੀਲ ਜਾਖੜ ਦਾ ਭਤੀਜਾ ਜਿਹੜਾ ਸੰਦੀਪ ਜਾਖੜ ਉਹ ਉਲਝ ਪਿਆ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਉਧਰੋਂ ਪ੍ਰਤਾਪ ਸਿੰਘ ਬਾਜਵਾ ਆ ਗਿਆ। ਬਾਜਵਾ ਕਹਿੰਦਾ ਮੇਰਾ ਚੈਲੰਜ ਹੈ ਜੀ। ਕਾਹਦਾ ਚੈਲੰਜ ਆ? ਕਹਿੰਦਾ ਅਮਰਿੰਦਰ ਸਿੰਘ ਦੇ ਘਰ ਜਾਵੇ ਆ, ਵਿਜੀਲੈਂਸ ਅਮਰਿੰਦਰ ਸਿੰਘ ਦੇ ਘਰ ਭੇਜੋ। ਮੈਂ ਕਿਹਾ ਇਹਨੇ ਬੁੱਢੇ ਬਾਰੇ ਉਹਦੇ ਵੀ ਹੱਡ ਜਿਹੜੇ ਆ ਨਾ ਉੱਥੇ ਤਖਤ ਬੋਸ਼ ਤੇ ਇਹਨੇ ਉਹ ਹੱਡ ਵੀ ਸਿਖਾਉਣੇ ਆ। ਤਾਂ ਖੈਰ ਉਹ ਕਹਿੰਦਾ ਜੀ ਚੈਲੰਜ ਮੇਰਾ, ਮਾਨ ਚਲਾ ਜਾਵੇ ਉਧਰ। ਉਹਨੇ ਘਪਲਾ ਕੀਤਾ। ਤੇ ਵੈਸੇ ਨਾ ਰਾਜਨੀਤੀ ਕਮਾਲ ਦੀ ਹੈ ਪੰਜਾਬ ਦੀ ਵਿਜੇ ਜੀ। ਇਹ ਜਿਹੜੇ ਬਾਜਵਾ ਸਾਹਿਬ ਜਦੋਂ ਪ੍ਰੈਜ਼ੀਡੈਂਟ ਸੀਗੇ ਤੇ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਸੀ ਇਹਨਾਂ ਦੇ ਖਾਨਦਾਨ ਬਾਰੇ, ਇਹਨਾਂ ਦੇ ਪਿਤਾ ਜੀ ਬਾਰੇ। ਉਹ ਚਿੱਠੀ ਅੱਜ ਵੀ ਰਿਕਾਰਡ 'ਚ ਹੈ ਇਹਨਾਂ ਦੇ। ਤੇ ਉਹ HT ਨੂੰ ਨਾ ਉਸ ਟਾਈਮ ਲੀਕ ਹੋ ਗਈ ਸੀ ਚਿੱਠੀ, ਉਹ HT ਵਾਲਿਆਂ ਨੇ ਛਾਪ ਦਿੱਤੀ ਸੀ ਉਹ। ਤਾਂ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਫਿਰ ਇੰਨੀ ਇਹਨਾਂ ਦੀ ਰਾਈਵਲਰੀ ਸੀਗੀ ਕਿ ਗੱਲ ਹੀ ਛੱਡ ਦਿਓ। ਤਾਂ ਜਦੋਂ ਸਿੱਧੂ ਤੇ ਕੈਪਟਨ ਭਿੜ ਰਹੇ ਸਨ ਜਾਂ ਹੋਰ ਲੀਡਰ ਭਿੜ ਰਹੇ ਸਨ, ਤੁਹਾਨੂੰ ਯਾਦ ਹੋਏਗਾ ਕਿ ਬਾਜਵਾ ਸਾਹਿਬ ਦੀ ਗੱਡੀ ਸ਼ੂ ਕਰਕੇ ਸਿਸਮਾ ਵੜ ਗਈ ਸੀ। ਲੋਕਾਂ ਆਖਿਆ ਵਾਹ ਬਈ ਵਾਹ, ਕਮਾਲ ਦੀ ਗੱਲ ਹੈ ਕਿ ਕਿੱਥੇ ਤੁਸੀਂ ਇੱਕ ਦੂਜੇ ਦੇ ਪਿਓਾਂ ਤੱਕ ਪਹੁੰਚੇ ਸੀ। ਪਹਿਲਾਂ ਯਾਰ ਦੋਸਤ ਸੀ, ਮੁੜ ਕੇ ਤੁਹਾਡੀ ਅਦਾਵਤ ਹੋ ਗਈ, ਹੁਣ ਫੇਰ ਤੁਹਾਡੀ ਸੁਲ੍ਹਾ ਸਫਾਈ ਜੀ। ਇਹ ਕੀ ਚੱਕਰ ਚੱਲਦਾ ਪਿਆ? ਤਾਂ ਹੁਣ ਫੇਰ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਹੋ ਗਿਆ। ਤਾਂ ਕਾਂਗਰਸ ਦੇ ਵਿੱਚ ਦਫੇੜ ਤੇ ਸਾਫ਼ ਨਜ਼ਰ ਆ ਰਹੀ ਆ। ਹੁਣ ਦੇਖਣਾ ਇਹ ਹੋਏਗਾ ਕਿ ਆਸ਼ੂ ਦੇ ਇਸ ਮਾਮਲੇ ਦੇ ਵਿੱਚ ਕੀ ਕੁਝ ਹੁੰਦਾ ਕੀ ਹੈ। ਇਹ ਤਾਂ ਚਲੋ ਬਾਅਦ ਦੀ ਗੱਲ ਹੈ ਕਾਨੂੰਨੀ ਤੌਰ ਤੇ, ਪਰ ਕਾਂਗਰਸ ਲਈ ਆ ਜਿਹੜਾ ਮੂਵ ਸੀਗਾ ਨਾ ਕਿ ਅਸੀਂ ਵਿਰੋਧ ਕਰੀਏ, ਉੱਥੇ ਟੈਂਟ ਜਾ ਕੱਢ ਦਿੱਤਾ, ਉੱਥੇ ਆ ਗਿਆ DSP ਸਾਬਕਾ, ਉਹਨੇ ਚੰਗਾ ਜਲੂਸ ਕੱਢ ਦਿੱਤਾ ਇਹਨਾਂ ਦਾ। ਲੋਕ ਵੀ ਕਹਿਣੇ ਸਟਾਰਟ ਹੋ ਗਏ ਕਿ ਭਾਈ ਇਹ ਕੀ ਕਰਦੇ ਹੋ ਤੁਸੀਂ? ਜਿਹੜੇ ਬੰਦਿਆਂ ਨੇ ਅੱਤ ਚਾਹੀ ਸੀ ਤੁਸੀਂ ਉਹਨਾਂ ਦੇ ਮਗਰ ਆ ਸਾਰਾ ਕੁਝ ਤਾਮਝਾਮ ਲੈ ਕੇ ਤੁਰੇ ਫਿਰਦੇ ਹੋ। ਤਾਂ ਹੁਣ ਦੂਜੀ ਗੱਲ ਜਿਹੜੀ ਹੈ ਨਾ ਉਹ ਇੱਕ ਖਿੱਚ ਤੁਹਾਨੂੰ ਹੋਰ ਵੀ ਨਜ਼ਰ ਆਏਗੀ ਇਹਦੇ ਵਿੱਚ ਕਿ ਦੇਖੋ ਰਾਜਾ ਵੜਿੰਗ ਦਾ ਗ੍ਰਾਫ ਕੋਈ ਉੱਚਾ ਨਹੀਂ ਗਿਆ ਇਹੋ ਜਿਹੇ ਮਾਮਲਿਆਂ 'ਚ। ਰਾਜਾ ਵੜਿੰਗ ਲਗਾਤਾਰ ਪੈਂਠ ਬਣਾਉਣ 'ਚ ਨਾਕਾਮਯਾਬ ਸਾਬਤ ਹੋ ਰਿਹਾ। ਔਰ ਸੁਖਪਾਲ ਸਿੰਘ ਖਹਿਰਾ ਹੈ ਨਾ ਜਿਹੜਾ ਬਹੁਤ ਟੇਢਾ ਦਿਖਦਾ ਇਹਨਾਂ ਚੀਜ਼ਾਂ ਨੂੰ, ਬਹੁਤ ਟੇਢਾ ਤੱਕਦੀ ਤੂੰ। ਤਾਂ ਉਹ ਟੇਢਾ ਤੱਕਦੇ ਆ ਕਿ ਰਾਜਾ ਵੜਿੰਗ ਇੱਧਰ ਹੋ ਜਾਵੇ ਤਾਂ ਸੁਖਪਾਲ ਖਹਿਰਾ ਉੱਧਰ ਹੋ ਜਾਵੇ। ਕੀ ਖਿਆਲ ਹੈ ਜੀ ਮਿੰਟੂ ਜੀ? ਇਸੇ ਕੇਸ ਦੇ ਸੰਦਰਭ ਵਿੱਚ ਕੀ ਇਹ ਗੱਲ ਚੱਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੜ ਸੱਦਿਆ ਜਾ ਰਿਹਾ, ਜਿਹੜਾ ਸਾਬਕਾ DSP ਬਲਵਿੰਦਰ ਸੇਖੋਂ ਵੱਲੋਂ ਜਿਹੜਾ ਇੱਕ ਮੁਕੱਦਮਾ ਕੀਤਾ ਗਿਆ ਉਹਨਾਂ ਵਾਲੇ ਕੇਸ ਦੇ ਵਿੱਚ ਮੇਰੇ ਖਿਆਲ ਸਿੱਧੂ ਨੂੰ ਅਦਾਲਤ ਬਾਰ-ਬਾਰ ਕਹਿ ਰਹੀ ਹੈ ਵੀ ਤੁਸੀਂ ਵਿਟਨੈਸ ਦੇ ਤੌਰ ਤੇ ਆ ਕੇ ਭੁਗਤ ਜਾਓ, ਤੇ ਨਵਜੋਤ ਸਿੱਧੂ ਇਸ ਗੱਲ ਤੋਂ ਮੁਨਕਰ ਹੁੰਦੇ ਜਾ ਰਹੇ ਨੇ। ਕੀ ਵੇਰਵਾਰੀ ਇਸ ਗੱਲ ਦਾ? ਤਾਂ ਸਿੱਧੂ ਉਹਦੇ 'ਚ ਕਸੂਤਾ ਫਸੇਗਾ ਨਾ। ਸਿੱਧੂ ਕਸੂਤਾ ਇਉਂ ਫਸੇਗਾ ਜੇ ਸੇਖੋਂ ਦੇ ਹੱਕ ਦੇ ਵਿੱਚ ਉਹ ਗਵਾਹੀ ਦਿੰਦਾ ਹੈ ਤਾਂ ਫਿਰ ਪਾਰਟੀ ਓਕੇ ਗੱਲ ਆਪਾਂ ਇੱਕ ਭੁੱਲ ਹੀ ਗਏ। ਸੁਖਪਾਲ ਖਹਿਰਾ ਨੂੰ ਸ਼ਾਮ ਤੱਕ ਨੋਟਿਸ ਵੀ ਭੇਜ ਦਿੱਤਾ ਗਿਆ। ਅੱਛਾ ਜੀ। ਹਰੀਸ਼ ਰਾਵਤ ਕਿਉਂਕਿ ਉਹ ਰਾਜਾ ਵੜਿੰਗ ਖੇਮੇ ਦਾ ਖੇਮੇਬਾਜ਼ੀ ਹੈ ਨਾ, ਬੰਦੀ ਤਾਂ ਚੱਲਦੀ ਹੈ। ਇਹਨਾਂ ਨੇ ਨੋਟਿਸ ਵੀ ਦੇ ਦਿੱਤਾ ਹੈ ਸੁਖਪਾਲ ਖਹਿਰਾ ਨੂੰ। ਅੱਛਾ ਜੀ। ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਉਹਨਾਂ ਨੂੰ ਪਤਾ ਹੈ ਕਿ ਸੁਖਪਾਲ ਖਹਿਰਾ ਮਜ਼ਬੂਤ ਹੋਇਆ ਤਾਂ ਸਮਝ ਲਓ ਕੁਰਸੀ ਦੇ ਪਾਵੇ ਤੋੜੇਗਾ, ਬੰਦਾ ਟਿਕਣ ਵਾਲਾ ਹੈ ਨਹੀਂਗਾ। ਤਾਂ ਉਸੇ ਤਰ੍ਹਾਂ ਜੇ ਤੁਸੀਂ ਦੇਖੋਗੇ ਇੱਥੇ ਸਿੱਧੂ ਦੀ ਇੱਕ ਮਜਬੂਰੀ ਤੁਹਾਨੂੰ ਨਜ਼ਰ ਆਏਗੀ ਕਿ ਜੇ ਸਿੱਧੂ ਸੇਖੋਂ ਦੇ ਹੱਕ 'ਚ ਭੁਗਤਦਾ, ਵੈਸੇ ਮੇਰਾ ਮੰਨਣਾ ਹੈ ਕਿ ਜਿਸ ਦੀਦਾ ਦਲੇਰੀ ਦੀ ਗੱਲ ਕਰਦੇ ਨੇ ਸਿੱਧੂ ਸਾਹਿਬ, ਉਹਨਾਂ ਨੂੰ ਉਸ ਟਾਈਮ ਹੀ ਬੋਲਣਾ ਚਾਹੀਦਾ ਸੀ ਕਿਉਂਕਿ ਉਹ ਆਫੀਸਰ ਇਹਨਾਂ ਦੀ ਡਿਊਟੀ ਕਰ ਰਿਹਾ ਸੀ, ਇਹਨਾਂ ਦੇ ਡਿਪਾਰਟਮੈਂਟ ਦੀ ਡਿਊਟੀ ਕਰ ਰਿਹਾ ਸੀ। ਅਸਲ 'ਚ ਸੇਖੋਂ ਇਹਨਾਂ ਦਾ ਠੀਕ ਹੈ ਪੰਜਾਬ ਪੁਲਿਸ ਦਾ ਜਵਾਨ ਸੀ ਜਾਂ DSP ਸੀਗਾ, ਪਰੰਤੂ ਉਹ ਸਥਾਨਕ ਸਰਕਾਰਾਂ ਦਾ ਮਹਿਕਮੇ ਦਾ ਜਿਹੜਾ ਵਿਜੀਲੈਂਸ ਦਾ ਡਿਪਾਰਟਮੈਂਟ ਹੁੰਦਾ ਉਹਦੇ 'ਚ ਸੀਗਾ, ਜੋ ਇਹਨਾਂ ਦੇ ਸਥਾਨਕ ਸਰਕਾਰਾਂ ਦਾ ਦੇਖ ਰੇਖ ਕਰਦੇ ਆ, ਮਤਲਬ ਕਿ ਘਪਲੇਬਾਜ਼ੀ ਵਾਲਾ ਸਿਸਟਮ ਜਿਹੜਾ। ਤਾਂ ਇਹਦੇ ਵਿੱਚ ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਸਿੱਧੂ ਉਸ ਟਾਈਮ ਵੀ ਆਪਣਾ ਸਟਾਂਸ ਹੈ ਜਿਹੜਾ ਉਹ ਪਾਰਟੀ ਪੱਖੀ ਕਰ ਗਿਆ। ਤਾਂ ਇੱਥੇ ਵੀ ਹੁਣ ਸਪਸ਼ਟ ਤੌਰ ਤੇ ਇਹੋ ਹੀ ਨਜ਼ਰ ਆਉਂਦਾ ਹੈ ਕਿ ਜੇ ਉਹ ਜਾ ਕੇ ਇਹ ਗੱਲ ਕਹਿੰਦਾ ਹੈ, ਸਾਰੀ ਗੱਲ ਕਹਿੰਦਾ ਤਾਂ ਉਹ ਪਾਰਟੀ ਦੇ ਉਲਟ ਚੱਲ ਜਾਏਗੀ ਜੀ, ਸਿੱਧੂ ਦੇ ਉਲਟ ਚੱਲ ਜਾਏਗੀ। ਤੇ ਜੇ ਉਹ ਮੰਨ ਲਓ ਸੇਖੋਂ ਦੇ ਉਲਟ ਚਲੇ ਜਾਂਦਾ ਹੈ ਤਾਂ ਫਿਰ ਜਿਹੜੀ ਲੋਕਾਂ ਦੀ ਸਪੋਰਟ ਹੈ ਉਲਟ ਹੋ ਜਾਏਗੀ, ਕਿਉਂਕਿ ਅੱਜ ਕੱਲ ਸੇਖੋਂ ਦੇ ਨਾਲ ਵੀ ਬੜੀ ਸਪੋਰਟ ਹੈ। ਤਾਂ ਇੱਕ ਪਾਸੇ ਹੁਣ ਕਹਿ ਲਓ ਕਿ ਜਿਵੇਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੈ, ਤਾਂ ਫਿਰ ਕਰੇਗਾ ਕੀ ਆ ਕੇ? ਇਹਦੇ ਨਾਲ ਚੰਗਾ ਕਿ ਗਵਾਹੀ ਕੱਟੀ ਜਾਵੇ। ਹੁਣ ਜ਼ਾਰਾ ਜੀ ਗੱਲ ਹੈ ਕਿ ਨਾ ਮੈਂ ਇੱਧਰ ਜਾ ਸਕਦਾ ਨਾ ਮੈਂ ਇੱਧਰ ਜਾ ਸਕਦਾ, ਤਾਂ ਯਤਨ ਕੀ ਹੋਏਗਾ ਕਿ ਭਾਈ ਗਵਾਹੀ ਘਟਾ ਲਓ ਕਿਸੇ ਤਰੀਕੇ ਦੇ ਨਾਲ। ਉਹ 2 ਵਾਰੀ ਕਹਿੰਦੇ ਆ ਕਿ ਗਏ ਨੇ ਸਮਨ, 2 ਵਾਰੀ ਉਹਨਾਂ ਨੇ ਇਨਕਾਰ ਕਰ ਦਿੱਤਾ, ਹੁਣ ਤੀਸਰੀ ਵਾਰੀ ਫੇਰ ਜਾਣੇ।
ਅੱਛਾ ਜੀ। ਤੀਸਰੀ ਵਾਰ 2 ਤਰੀਕ ਨੂੰ ਸ਼ਾਇਦ ਫੇਰ ਪੇਸ਼ੀ ਆ, ਕਿਉਂਕਿ ਇਹਨੇ ਕਿਹਾ ਸਿੱਧੂ ਨੇ ਕਿ ਵੇਖੋ ਜੀ ਮੈਂ ਜੇ ਪੇਸ਼ੀ ਤੇ ਆਉਣਾ ਤੇ ਮੇਰੀ ਸਿਕਿਉਰਿਟੀ ਦਾ ਜਿਹੜਾ ਮਾਮਲਾ ਉਹ ਵਿਗੜ ਸਕਦਾ ਹੈ। ਤਾਂ ਇੱਥੋਂ ਤੱਕ ਕੋਰਟ ਨੇ ਕਿਹਾ ਕਿ ਸਿਕਿਉਰਿਟੀ ਦਾ ਭਰਪੂਰ ਪ੍ਰਬੰਧ ਕਰ ਦਿਆਂਗੇ, ਗੱਲ ਹੀ ਕੋਈ ਨਹੀਂ ਹੈ। ਪਰ ਬਾਵਜੂਦ ਇਸ ਦੇ ਜੇ ਸਿੱਧੂ ਨਹੀਂ ਆਉਂਦੇ ਤਾਂ ਸਮਝ ਲਓ ਕਿ ਉਹ ਗਵਾਹੀ ਨਹੀਂ ਦੇਣਾ ਚਾਹੁੰਦੇ ਜੀ। ਤਾਂ ਉਹਦੇ ਕਾਰਨ ਮੈਂ ਤੁਹਾਨੂੰ ਦੱਸ ਹੀ ਦਿੱਤੇ ਆ ਕਿ ਕਿਤੇ ਨਾ ਕਿਤੇ ਸਿਆਸੀ ਹੈਗੇ। ਪਰ ਅੱਜ ਵੀ ਮੇਰਾ ਮੰਨਣਾ ਇਹੋ ਆ ਕਿ ਸਿੱਧੂ ਨੂੰ ਉਹ ਗੱਲ ਕਰਨੀ ਚਾਹੀਦੀ ਹੈ ਜਿਹੜੀ ਕਰਨੀ ਬਣਦੀ ਹੈ ਕਿ ਕੀ ਉਹ ਆਫੀਸਰ ਆਪਣੇ ਪੱਧਰ ਤੇ ਇਹ ਸਾਰੀ ਜਾਂਚ ਪੜਤਾਲ ਕਰ ਰਿਹਾ ਸੀਗਾ। ਜੇ ਜਾਂਚ ਪੜਤਾਲ ਕੀਤੀ ਆ ਤੇ ਇਹਦੇ ਵਿੱਚ ਇੱਕ ਹੋਰ ਕੁੰਡੀ ਨਿਕਲਦੀ ਹੈ ਵਿਜੇ ਜੀ। ਉਹ ਜਿਹੜੇ ਹੈਗੇ ਆ ਸੇਖੋ ਸਾਹਿਬ, ਉਹ ਕਹਿੰਦੇ ਆ ਕਿ ਮੈਂ ਫਾਈਲ ਭੇਜੀ ਆ ਤੇ ਸਿੱਧੂ ਦੇ ਦਫ਼ਤਰ ਨੇ ਕਿਹਾ ਜੀ ਫਾਈਲ ਗੁੰਮ ਹੋ ਗਈ, ਜਦ ਕਿ ਮੇਰੇ ਕੋਲ ਫੋਟੋ ਕਾਪੀ ਹੈਗੀ ਸੀ ਉਹਦੀ। ਸੇਖੋ ਬਹੁਤ ਚਲਾਕ ਅਫਸਰ ਹੈ, ਐਸੀ ਗੱਲ ਨਹੀਂ ਹੈ, ਇਹੋ ਜਿਹੇ ਕੰਮਾਂ ਦੇ ਵਿੱਚ ਬੜਾ ਮਾਤਰੀ ਹੈ। ਤਾਂ ਉਹ ਕਹਿੰਦਾ ਕਿ ਮੇਰੇ ਕੋਲ ਤੇ ਉਹਦੀ ਫੋਟੋ ਕਾਪੀ ਆ ਗਈ ਸੀਗੀ ਜੀ। ਇਹ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਇਹਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਕਿਤੇ ਨਾ ਕਿਤੇ ਕਹਿ ਲਈਏ ਆਪਾਂ ਕਿ ਜੋ ਭਰੋਸੇਯੋਗਤਾ ਹੈ, ਜੋ ਲੋਕ ਉਹਦੇ ਵਿੱਚ ਭਰੋਸਾ ਕਰਦੇ ਆ, ਉਹ ਦਾਅ ਤੇ ਲੱਗੇਗੀ। ਜਿਵੇਂ ਜਿਵੇਂ ਕੇਸ ਹਾਈਲਾਈਟ ਹੋਏਗਾ ਉਹ ਚੀਜ਼ ਥੋੜੀ ਜਿਹੀ ਹੋਰ ਵੀ ਸਿੱਧੂ ਨੂੰ ਪ੍ਰੈਸ਼ਰਾਈਜ਼ ਕਰੇਗੀ ਕਿ ਜੇ ਪਾਰਟੀ ਦੇ ਉਲਟ ਜਾਂਦਾ ਤਦ ਵੀ ਸਿੱਧੂ ਤੇ ਹੀ ਉਹ ਪ੍ਰਭਾਵ ਪੈਣਾ, ਤੇ ਜੇ ਉਹ ਸੇਖੋਂ ਦੇ ਉਲਟ ਜਾਂਦਾ ਤਦ ਵੀ ਪ੍ਰਭਾਵ ਉਹਦੇ ਤੇ ਪੈਣਾ ਨਿੱਜੀ ਤੌਰ ਤੇ। ਜੀ ਮਿੰਟੂ ਜੀ, ਇਹ ਹਰਪ੍ਰੀਤ ਸਿੰਘ ਉਰਫ ਕਬੀਰ ਕੌਣ ਆ ਜਿਹੜਾ ਬੜੀ ਲਗਜ਼ਰੀ ਲਾਈਫ ਜਿਉਂਦਾ ਸੀ ਪਰ ਡਰੱਗਸ ਦੇ ਕੇਸ ਵਿੱਚ ਫੜਿਆ ਗਿਆ? वो कहते तो होते हैं कि हराम की कमाई से जगमगा रही हैं हवेलियां, हलाल रिज़्क की तलाश में कई खुदार मर गए। यही तो कहानी है दुनियादारी दी। तो खैर देखो लग्जरी लाइफ ते होएगी ਜਦੋਂ ਬੰਦਾ ਹੀ ਕੁਝ ਐਸਾ ਕਰੇਗਾ। ਇਹ ਬੰਦਾ ਜਿਹੜਾ ਫੜਿਆ ਇਹਦੀਆਂ ਫੋਟੋਆਂ ਵੀ ਵਾਇਰਲ ਹੋਈਆਂ, ਤੁਸੀਂ ਦੇਖਿਆ ਹੋਣਾ ਸਿੱਧੂ ਮੂਸੇਵਾਲੇ ਨਾਲ, ਸ਼ਾਹਰੁਖ ਦੇ ਨਾਲ ਇਹਦੀਆਂ ਫੋਟੋਆਂ ਵਾਇਰਲ ਹੋਈਆਂ ਔਰ ਵਾਇਰਲ ਇੱਕ ਏਜੰਡੇ ਤਹਿਤ ਕੀਤੀਆਂ ਗਈਆਂ ਕਿ ਖਾਨ ਦੇ ਨਾਲ ਖਲੋਤਾ ਹੈ, ਸਿੰਘ ਦੇ ਨਾਲ ਖਲੋਤਾ ਹੈ, ਫਲਾਂ ਫਲਾਂ ਫਲਾਂ, ਜਦ ਕਿ ਇਹਦੀਆਂ ਤਸਵੀਰਾਂ ਅਕਸ਼ੇ ਤੋਂ ਲੈ ਕੇ ਪਤਾ ਨਹੀਂ ਕਿਹਦੇ ਕਿਹਦੇ ਨਾਲ ਮਿਲ ਜਾਣਗੀਆਂ ਕਿਉਂਕਿ ਬੰਦਾ ਹੀ ਚਾਲੂ ਹੈ ਪੂਰਾ ਜਿੱਦਾਂ ਸੁਪਰ ਰਿਚ ਕਹਿ ਲਓ, ਪੂਰੀ ਉਹਦੀ ਚੜ੍ਹਤ ਆ, ਗੱਡੀਆਂ ਹੀ ਬੜੀਆਂ ਨੇ ਇਹਦੇ ਕੋਲ ਤੇ ਇਹ ਜੀ ਪੋਰਸ਼ੇ ਆ, ਇੱਕ ਲੈਂਬੋਰਗਿਨੀ ਆ, ਬੈਂਟਲੇ ਆ, ਰੋਲਸ ਰਾਇਸ ਆ, ਦੇਖ ਲਓ ਫਿਰ ਚੜ੍ਹਤਾਂ ਤੇ ਹੋਣਗੀਆਂ। ਦੱਸਦੇ ਆ ਕਿ ਇਸ ਬੰਦੇ ਨੇ 16 ਸਾਲ ਦੀ ਉਮਰ ਦੇ ਵਿੱਚ 2012 ਚ ਨਿਰਮਾਣ ਤੇ ਰੀਅਲ ਐਸਟੇਟ ਦੇ ਕਾਰੋਬਾਰ ਚ ਪੈਰ ਧਰਿਆ ਸੀਗਾ। ਪਹਿਲਾਂ ਕੋਈ ਬਿਜ਼ਨਸ ਕੋਈ ਛੋਟਾ ਮੋਟਾ ਹੋਰ ਕਰਦਾ ਸੀਗਾ। ਵੈਸੇ ਤਾਂ ਕਹਿੰਦੇ ਆ ਕਿ 2007 ਦੇ ਵਿੱਚ ਹੀ ਇਹਨੇ ਆਪਣੀ ਇੱਕ ਕੰਪਨੀ ਬਣਾ ਲਈ ਸੀ ਛੋਟੀ ਉਮਰ ਦੇ ਵਿੱਚ, ਇੰਪੈਕਸ ਪ੍ਰਾਈਵੇਟ ਲਿਮਟਿਡ ਸੀਗੀ। ਤਾਂ ਉਸ ਤੋਂ ਬਾਅਦ ਇਹਦਾ ਸਫ਼ਰ ਜਿਹੜਾ ਇਸੇ ਤਰ੍ਹਾਂ ਹੀ ਤੁਰਦਾ ਗਿਆ। 2016 ਦੇ ਵਿੱਚ ਫਿਰ ਫਿਟ ਫਰੈਸ਼ ਫੂਡ ਲਾਂਚ ਕੀਤਾ ਸੀ ਇਹਨੇ, ਫਿਰ ਹੋਰ ਕੁਝ ਚੀਜ਼ਾਂ ਲਾਂਚ ਕੀਤੀਆਂ ਤੇ ਫਿਰ ਸਭ ਤੋਂ ਚਰਚਿਤ ਪਲੇ ਬॉय ਕਲੱਬ ਸੀਰੀਜ਼ ਤੋੜ ਦਿੱਤੀ। ਇਸੇ ਕਰਕੇ ਹੀ ਇਹ ਬੰਦੇ ਦੀ ਪੂਰਿਆਂ ਦੇ ਨਾਲ ਬਹਿਣੀ ਉੱਠਣੀ ਸੀ, ਪੂਰੇ ਚੋਟੀ ਦੇ ਬੰਦਿਆਂ ਨਾਲ। ਤਾਂ ਹੁਣ ਇਹ ਜਿਹੜਾ ਬੰਦਾ ਫੜਿਆ ਗਿਆ, ਇਹ ਫੜਿਆ ਗਿਆ ਉਸੇ ਡਰੱਗ ਕੇਸ ਦੇ ਵਿੱਚ ਜਿਸ ਡਰੱਗ ਕੇਸ ਦਾ ਬੜਾ ਚਰਚਾ ਸੁਣਿਆ ਆਪਾਂ ਕਿ ਗੁਜਰਾਤ ਦੀ ਮੁੰਦਰਾ 에ਅਰਪੋਰਟ ਤੇ ਫੜੀ ਗਈ ਸੀ ਪਿਛਲੇ ਸਾਲ। ਬਹੁਤ ਵੱਡੀ ਖੇਪ ਸੀ ਵਿਜੇ ਜੀ। ਔਰ ਤੁਸੀਂ ਇੱਕ ਹੋਰ ਦੇਖੀ ਹੋਣੀ ਹੈ ਖਬਰ ਕਿ ਕੱਲ ਇੱਥੋਂ ਪੰਜਾਬ ਪੁਲਿਸ ਨੇ ਹੋਰ ਇੱਕ ਖੇਪ ਫੜੀ ਹੈ ਜਿਹੜੀ ਗੁਜਰਾਤ ਚੋਂ ਹੀ ਆਈ ਆ। ਬਹੁਤ ਵੱਡੀ ਖੇਪ ਹੈ ਉਹ, ਤਕਰੀਬਨ 190 ਕਰੋੜ ਦੀ। ਤਾਂ ਕਹਿਣ ਦਾ ਭਾਵ ਇਹੋ ਆ ਕਿ ਇਸ ਬੰਦੇ ਨੂੰ ਉਸ ਮਾਮਲੇ ਦੇ ਵਿੱਚ ਫੜਿਆ ਗਿਆ ਕਿ ਅਸਲ ਦੇ ਵਿੱਚ ਇੰਡੀਆ 'ਚ ਜੋ ਵੀ ਕਾਰੋਬਾਰ ਸੀਗਾ ਉਸ ਰੈਕਟ ਦਾ, ਤਾਂ ਉਹਦਾ ਕਿੰਗ ਪਿਨ ਇਹ ਸੀ ਜੀ ਜਿਹੜਾ ਦਾਅਵਾ ਕੀਤਾ ਗਿਆ, ਕਿਉਂਕਿ ਬਾਹਰ ਅੰਦਰ ਜਾਂਦਾ ਸੀਗਾ, ਇਹਦਾ ਹੀ ਸਾਰਾ ਕੁਝ ਸੀਗਾ, ਟਰਾਂਸਪੋਰਟ ਵੀ ਇਹ ਦਿੰਦਾ ਸੀਗਾ, ਸਾਰਾ ਫੈਸਿਲਿਟੇਟ ਇਹੀ ਕਰਦਾ ਸੀਗਾ। ਜਿੱਥੇ ਸੋਧਦੇ ਸੀ ਉਹਨੂੰ ਮਿਲਾਵਟ ਵਗੈਰਾ ਕਰਦੇ ਆ ਜਾਂ ਹੋਰ ਉਹਨੂੰ ਵਧਾਉਂਦੇ ਘਟਾਉਂਦੇ ਆ, ਉਹ ਸਾਰੀਆਂ ਜਗ੍ਹਾ ਉਹ ਇਹ ਪ੍ਰੋਵਾਈਡ ਕਰਦਾ ਸੀ। ਤੇ ਜੋ ਗਾਂ ਡਿਸਟ੍ਰੀਬਿਊਸ਼ਨ ਦਾ ਮਤਲਬ ਕਿ ਇਹਦੀ ਦੇਖ ਰੇਖ ਹੇਠ ਹੀ ਕੰਮ ਹੁੰਦਾ ਸੀਗਾ। ਫਿਰ ਗੱਡੀਆਂ ਤਾਂ ਤੁਹਾਨੂੰ ਪਤਾ ਹੀ ਆ ਹੋਰ ਵੀ 5-7 ਆ ਜਾਣੀਆਂ ਜੇ ਕਿਤੇ ਲਾ ਲਓ ਕਿ ਇਹੋ ਜਿਹਾ ਦਾ ਹੋਰ ਲੱਗ ਗਿਆ, ਕਿਉਂਕਿ ਇੱਕ ਵਾਰੀ ਇਹ ਅੱਗੇ ਵੀ ਫੜਿਆ ਗਿਆ। ਸਾਡੇ ਇੱਧਰ ਨਾ ਸਿਗਰਟਾਂ ਤੇ ਬਹੁਤ ਜਿਹੜੀਆਂ ਹੁੰਦੀਆਂ ਨਾ ਬਾਹਰੋਂ ਸਿਗਰਟਾਂ ਇੰਪੋਰਟ ਕੀਤੀਆਂ ਜਾਂਦੀਆਂ ਨੇ ਬੜੀਆਂ ਬ੍ਰਾਂਡਡ, ਉਹਨਾਂ ਤੇ ਟੈਕਸ ਬਹੁਤ ਹੈ। ਜੇ ਤੁਸੀਂ ਉਹ ਲੈ ਕੇ ਆਓਗੇ ਇੱਕ ਨੰਬਰ ਦੇ ਵਿੱਚ ਕੋਈ ਵੀ ਲੈ ਕੇ ਆਵੇ ਤਾਂ ਉਹਦੇ ਤੇ ਬਹੁਤ ਹੈਵੀ ਟੈਕਸ ਆ। ਤੇ ਕੁਝ ਦੇਸ਼ਾਂ ਦੇ ਵਿੱਚ ਤਾਂ ਬਿਲਕੁਲ ਟੈਕਸ ਉਹਦਾ ਲੋ ਹੈ ਜੀ, ਨਾਲ ਦੇ ਦੇਸ਼ਾਂ ਦੇ ਵਿੱਚ। ਤਾਂ ਇਹ ਬਹੁਤ ਜ਼ਿਆਦਾ ਇਹ ਜਿਹੜੀਆਂ ਬ੍ਰਾਂਡਡ ਸਿਗਰਟਾਂ ਹੁੰਦੀਆਂ ਨਾ ਉਹਦੀ ਬਲੈਕ ਕਰਦੇ ਨੇ, ਬਹੁਤ ਜ਼ਿਆਦਾ ਬਲੈਕ ਹੁੰਦੀ ਆ ਉਹ। ਇਹ ਇੱਕ ਵਾਰੀ ਉਹਦੇ 'ਚ ਵੀ ਫੜਿਆ ਗਿਆ, ਤਕਰੀਬਨ 5.25 ਕਰੋੜ ਦੀਆਂ ਉਹ ਸਿਗਰਟਾਂ ਸੀਗੀਆਂ, ਹਿਸਾਬ ਨਾਲ ਐਡੀ ਵੱਡੀ ਖੇਪ ਸੀ। ਤਾਂ ਉਹਦੇ 'ਚੋਂ ਨਿਕਲ ਗਿਆ ਸੀਗਾ। ਬੰਦਾ ਪੂਰਾ ਜਗਾੜੀ ਹੈ, ਬੰਦਾ ਪੂਰਾ ਧਾਕੜ ਕਹਿ ਲਓ ਕਿ ਇਹੋ ਜਿਹੇ ਮਾਮਲੇ 'ਚ ਹੱਥ ਪੈਂਦਾ ਹੈਗਾ।
ਹੁਣ ਇਹ ਵੇਖਣਾ ਹੋਏਗਾ ਕਿ ਏਡੇ ਵੱਡੇ ਕੇਸ ਦੇ ਵਿੱਚ ਜਿੱਥੇ NIA ਨੇ ਇਹਨੂੰ ਹੱਥ ਪਾਇਆ, ਇੱਥੋਂ ਨਿਕਲ ਪਾਉਂਦਾ ਕਿ ਨਹੀਂ ਜੀ। ਬੰਦਾ ਹਾਈ ਪ੍ਰੋਫਾਈਲ ਆ, ਬੰਦਾ ਪੂਰਾ ਕਹਿ ਲੋ ਕਿ ਉਤਲੀਆਂ ਸਫਾ 'ਚ ਉੱਡਣ ਵਾਲਾ ਹੈ, ਹੁਣ ਫਸਿਆ ਕਸੂਤਾ ਹੈ। ਇਹ ਸਵਾਲ ਵੱਡਾ ਹੈ ਕਿ ਇਹਦੇ ਚੋਂ ਵੀ ਕੋਈ ਇਹਦਾ ਜੁਗਾੜ ਲੱਗ ਜਾਏਗਾ ਜਾਂ ਫਿਰ ਐਤਕੀ ਜਿਹੜਾ ਰਗੜਾ ਉਹ ਪੂਰਾ ਚੰਗੀ ਤਰ੍ਹਾਂ ਵੱਜ ਜੂਗਾ ਜੀ। ਤੇ ਮਿੰਟੂ ਜੀ ਦੱਸਿਓ, ਇੱਕ ਜੇ ਗੱਲ ਬਰੀਫਲੀ ਦੱਸ ਸਕੋ ਵੀ ਹਾਈ ਕੋਰਟ ਵੱਲੋਂ ਹੁਣ ਪੰਜਾਬ ਦੇ ਬਾਰਡਰ ਏਰੀਆ 'ਚ ਮਾਈਨਿੰਗ ਤੇ ਰੋਕ ਲਗਾ ਦਿੱਤੀ ਗਈ ਹੈ ਜੀ। ਬਿਲਕੁਲ ਜੀ, ਇਹਦੇ ਵਿੱਚ ਉਹੀ ਰੱਟਾ ਹੈ ਜਿਹਦੀ ਆਪਾਂ ਇੱਕ ਵਾਰੀ ਗੱਲ ਕੀਤੀ ਸੀ ਕਿ BSF ਨੇ ਜਾ ਕੇ ਉੱਥੇ ਇਹਨਾਂ ਨੂੰ ਬਿਲਕੁਲ ਐਕਸਪੋਜ਼ ਕਰ ਦਿੱਤਾ ਕਿ ਕਿਸ ਤਰ੍ਹਾਂ ਤੁਹਾਡੇ ਦੇਰ ਰਾਤ ਲੱਗੇ ਰਹਿੰਦੇ ਆ ਬੰਦੇ, ਖੱਡਾਂ ਚੋਂ ਰੇਤਾ ਕੱਢੀ ਜਾਂਦੇ ਆ। ਤਾਂ ਅਖੀਰ ਇਹਨਾਂ ਨੇ ਜਿਹੜਾ ਜਵਾਬ ਦਾਖਲ ਕੀਤਾ ਵਿਜੇ ਜੀ, ਉਹ ਜਵਾਬ ਹਾਈ ਕੋਰਟ ਨੂੰ ਸੰਤੁਸ਼ਟ ਨਹੀਂ ਕਰਵਾ ਸਕਿਆ। ਉਹਨਾਂ ਨੇ ਇਹਨਾਂ ਦੀ ਮਨਸ਼ਾ ਤੇ ਵੀ ਸਵਾਲ ਖੜੇ ਕੀਤੇ ਨੇ। ਉਹਨਾਂ ਕਿਹਾ ਕਿ ਤੁਹਾਡੀ ਸਰਕਾਰ ਦੀ ਕਿਤੇ ਵੀ ਚਿੰਤਾ ਨਜ਼ਰ ਨਹੀਂ ਆਉਂਦੀ। ਇਹ ਟਿੱਪਣੀ ਬਹੁਤ ਵੱਡੀ ਹੈ ਕਿ ਤੁਹਾਡੀ ਕੋਈ ਵੀ ਚਿੰਤਾ ਇਸ ਸੰਦਰਭ ਵਿੱਚ ਨਜ਼ਰ ਨਹੀਂ ਆਉਂਦੀ। ਸੋ ਲਿਹਾਜ਼ਾ 2 ਜ਼ਿਲ੍ਹਿਆਂ ਦੇ ਵਿੱਚ ਮਾਈਨਿੰਗ ਬੰਦ, ਤਾਂ 2 ਜ਼ਿਲ੍ਹੇ ਕਿਹੜੇ ਹੋ ਗਏ? ਪਠਾਨਕੋਟ ਅਤੇ ਗੁਰਦਾਸਪੁਰ। ਬੜਾ ਵੱਡਾ ਝਟਕਾ ਹੈ ਆਮ ਆਦਮੀ ਪਾਰਟੀ ਸਰਕਾਰ ਨੂੰ। ਇਹ ਵੱਡਾ ਝਟਕਾ ਹੈ ਕਿ ਇਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋਈ ਹਾਈ ਕੋਰਟ, ਤੇ ਉਹਨਾਂ ਨੇ ਝੱਟ 'ਚ ਕਲਮ ਚਲਾ ਦਿੱਤੀ, ਕਲਮ ਵਾਹ ਦਿੱਤੀ ਕਿ ਬਾਈ ਤੁਸੀਂ ਉੱਥੇ ਕੋਈ ਮਾਈਨਿੰਗ ਨਹੀਂ ਕਰੋਗੇ। ਤਾਂ ਇਹਦਾ ਅਰਥ, ਇਹਦਾ ਮਤਲਬ ਇਹੀ ਹੈ ਕਿ ਉੱਥੇ ਮਾਈਨਿੰਗ ਹੋ ਰਹੀ ਸੀ, ਜਦਕਿ ਹੜਾਟ ਰਾਗ ਜਿਹੜਾ ਸਾਨੂੰ ਸੁਣਾਇਆ ਜਾ ਰਿਹਾ ਸੀ ਕਿ ਮਾਈਨਿੰਗ ਬੰਦ ਕਰ ਦਿੱਤੀ ਗਈ ਹੈ, ਚੀਤਾਂ ਬੰਦ ਹੋ ਗਈਆਂ ਨੇ। ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਦੇਖੋ, ਇਹਨੂੰ ਖੁਸ਼ਨੁਮਾ ਖਬਰ ਕਹੀਏ ਕਿ ਥੋੜੀ ਸੈਡ ਕਹੀਏ, ਬੜੀ ਦਿਲਚਸਪ ਹੈ ਕਿ ਇੱਥੇ ਤੁਹਾਨੂੰ ਪਤਾ ਸਾਡੇ ਬਿਮਾਰ ਡੰਗਰ ਜਿਹੜੇ ਆ ਉਹ ਤੜਫ ਤੜਫ ਕੇ ਮਰ ਰਹੇ ਨੇ ਜੀ। ਉਹ ਵੀ ਜਿਹੜਾ ਦ੍ਰਿਸ਼ ਹੈ ਨਾ, ਦਿਲ ਨੂੰ ਕੰਵਾਉਂਦਾ ਹੈ। ਤਾਂ ਹੋਇਆ ਕੀ ਹੈ ਕਿ ਇੱਥੇ ਇੱਕ ਸੱਜਣ ਦੇ 4 ਬਲਦ ਮਰ ਗਏ, 4 ਬਲਦ। ਹੁਣ 4 ਬੈਲ, ਵੈਸੇ ਤੇ ਲੋਕਾਂ ਨੇ ਗੱਲ ਬਣਾਈ ਹੈ ਨਾ ਕਿ ਕਦੋਂ ਬੁੱਢਾ ਮਰੇ ਤੇ ਕਦੋਂ ਬੈਲ ਵੰਡੀਏ। ਉਦੋਂ ਬੈਲਾਂ ਦੀਆਂ ਜੋੜੀਆਂ ਹੁੰਦੀਆਂ ਸੀਗੀਆਂ ਨਾ ਕਿ ਕਦੋਂ ਬਾਪੂ ਮਰੇ ਤੇ ਕਦੋਂ ਘਰ ਦਾ ਬਟਵਾਰਾ ਕਰੀਏ ਭਰਾ ਦੇ ਨਾਲ। ਤਾਂ ਇੱਥੇ ਕੀ ਹੈ ਕਿ 4 ਬੈਲ ਸੀ ਇਹਦੇ, ਤਾਂ 4 ਹੀ ਚੋਟੀ ਦੇ ਸੀ, ਨਾਂ ਵੀ ਕੁਛ ਹੋਰ ਰੱਖੇ ਸੀ, ਅਰਜਨ ਹੈ ਜੀ, ਫਲਾਣਾ ਹੈ ਫਲਾਣਾ, ਤਾਂ ਏਦਾਂ। ਤੇ ਇਹ 40 ਲੱਖ ਰੁਪਏ ਦੇ ਸੀ। ਇਹਨਾਂ ਨੂੰ ਦੌੜਾਂ ਤੇ ਲਿਜਾਇਆ ਜਾਂਦਾ ਸੀਗਾ। 4 ਹੀ ਮਰ ਗਏ। ਕਾਫੀ ਇਲਾਜ ਕਰਵਾਇਆ। ਸਮਰਾਲੇ ਏਰੀਏ ਦੇ ਵਿੱਚ ਪਿੰਡ ਹੈ ਕੋਹੇੜੀਆ, ਉੱਥੇ ਦਾ ਇਹ ਜ਼ਿਮੀਂਦਾਰ ਸੀਗਾ ਜਿਹਨੇ ਰੱਖਿਆ ਸੀ। ਬਾਅਦ ਦੇ ਵਿੱਚ ਉਹਨੇ ਸਹਿਜ ਪਾਠ ਦਾ ਭੋਗ ਪਵਾਇਆ, ਅਰਦਾਸ ਕਰਵਾਈ ਹੈ। ਹਾਂਜੀ ਬਿਲਕੁਲ। ਤੇ ਇਹਨਾਂ ਵਾਸਤੇ ਲੰਗਰ ਵੀ ਵਰਤਾਇਆ ਗਿਆ। ਉਹਦਾ ਕਹਿਣਾ ਸੀਗਾ ਕਿ ਬੇਸ਼ੱਕ ਚਲੋ ਮੈਨੂੰ ਲਾਸ ਹੋਇਆ ਤਾਂ ਚਲੋ ਵਪਾਰ ਦੇ ਘਾਟੇ ਵਾਧੇ ਚੱਲਦੇ ਰਹਿੰਦੇ ਨੇ, ਪਰੰਤੂ ਇਹਨਾਂ ਬਲਦਾਂ ਨੇ ਮੈਨੂੰ ਸ਼ੌਹਰਤ ਦਿੱਤੀ ਆ, ਬਹੁਤ ਇਨਾਮਾਤ ਜਿੱਤੇ ਨੇ ਇਹਨਾਂ ਨੇ, ਉਹ ਕਦਰ ਕੀਤੀ ਆ। ਤਾਂ ਇੱਥੇ ਤੇ ਤੁਹਾਨੂੰ ਪਤਾ ਅੱਜ ਕੱਲ ਕਈ ਵਾਰ ਪੁੱਤ ਵੀ ਪਿਓ ਦੀ ਕਦਰ ਕਰਨ ਤੋਂ ਨਾ ਆਕੀ ਹੋ ਜਾਂਦਾ ਹੈ ਕਿ ਤੂੰ ਮੈਨੂੰ ਕਾਹਤੋਂ ਜੰਮਿਆ, ਮੈਂ ਤੈਨੂੰ ਚਿੱਠੀ ਪਾਈ ਸੀ ਜੰਮਣ ਦੀ। ਤਾਂ ਇਹ ਇੰਨੇ ਜ਼ਿਆਦਾ ਕਿਰਤਕਨ ਹੋ ਜਾਂਦੇ ਨੇ ਲੋਕ। ਤਾਂ ਇੱਥੇ ਦੂਸਰੇ ਪਾਸੇ ਤੁਸੀਂ ਦੇਖੋ ਕਿ ਬਲਦਾਂ ਦੀ ਕਿੰਨੀ ਕਦਰ ਕੀਤੀ ਹੈ। ਉਹ ਚਲੇ ਗਏ ਨੇ, ਪਰ ਬਾਵਜੂਦ ਇਸ ਦੇ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਹੋਰ ਵੇਖਣ ਵਾਲੀ ਹੈ। ਸ਼ਾਇਦ ਮੈਨੂੰ ਦੱਸ ਰਿਹਾ ਸੀ ਕੋਈ ਮਿੱਤਰ, ਪਿੰਡ ਦਾ ਨਾਮ ਭੁੱਲ ਗਿਆ, ਕਿ ਜਲੰਧਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ। ਉੱਥੇ ਵੀ ਇੱਕ ਬਲਦ ਮਰਿਆ, ਉਹਦੇ ਮਾਲਕ ਨੇ ਵੀ ਕਿਹਾ ਕਿ ਮੂਰਤੀ ਲਵਾਉਣੀ ਹੈ। ਤਾਂ ਇਹ ਚੀਜ਼ ਜਿਹੜੀ ਆ ਉਹ ਹੈਰਾਨ ਕਰਦੀ ਹੈ ਕਿ ਇੱਕ ਪਾਸੇ ਲਹੂ ਵਿੱਚ ਚਿੱਟੇ ਵੀ ਹੋ ਰਹੇ ਆ, ਪਰ ਦੂਸਰੇ ਪਾਸੇ ਦੇਖ ਲਓ ਕਿ ਇਸ ਤਰ੍ਹਾਂ ਦੇ ਲੋਕ ਵੀ ਆ ਜਿਹੜੇ ਜਾਨਵਰਾਂ ਦੇ ਨਾਲ ਨਾ ਸਿਰਫ ਪ੍ਰੇਮ ਕਰਦੇ ਆ, ਬਲਕਿ ਉਹਨਾਂ ਦੇ ਜਾਣ ਤੋਂ ਬਾਅਦ ਵੀ ਜੋ ਬਣਦਾ ਸਰਦਾ ਉਹਨਾਂ ਦਾ ਮੁਹੱਬਤ ਦਾ ਇਜ਼ਹਾਰ ਕਰਦੇ ਉਹਨਾਂ ਨਾਲ। ਜੀ।